ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਣੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਇਹ ਕਲਾਸ ਅੱਜ ਦਾ ਇਹ ਲੈਸਨ 8ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 8ਵੀਂ ਕਲਾਸ ਦਾ ਗਣਿਤ ਦਾ 15ਵਾਂ ਅਧਿਆਇ ਹੈ ਗ੍ਰਾਫਾਂ ਬਾਰੇ ਜਾਣਕਾਰੀ। ਇੰਟਰੋਡਕਸ਼ਨ ਟੂ ਗ੍ਰਾਫਸ। ਇਸੇ ਅਧਿਆਇ ਦੇ 4 ਲੈਕਚਰ ਜਿਹੜੇ ਅਸੀਂ ਪਹਿਲਾਂ ਲਗਾ ਚੁੱਕੇ ਹਾਂ। ਅੱਜ ਇਹ ਸਾਡਾ 5ਵਾਂ ਲੈਕਚਰ ਹੈ। ਤਾਂ 5ਵੇਂ ਲੈਕਚਰ ਦੇ ਵਿੱਚ ਅਸੀਂ ਰੇਖੀ ਗ੍ਰਾਫ ਦੇ ਬਾਰੇ ਜਾਣਾਂਗੇ ਅਤੇ ਕਿਸੇ ਵੀ ਬਿੰਦੂ ਨੂੰ ਤਲ ਦੇ ਉੱਤੇ ਅਸੀਂ ਕਿਵੇਂ ਦਰਸਾਉਂਦੇ ਹਾਂ, ਉਹਦੇ ਨਿਰਦੇਸ਼ ਅੰਕ ਕਿਵੇਂ ਅਸੀਂ ਦਰਸਾਉਂਦੇ ਹਾਂ, ਨਿਰਦੇਸ਼ ਅੰਕਾਂ ਦਾ ਜਿਹੜਾ ਕਨਸੈਪਟ ਹੈ ਉਹਦੇ ਬਾਰੇ ਵੀ ਅਸੀਂ ਅੱਜ ਦੇ ਇਸ ਲੈਸਨ ਦੇ ਵਿੱਚ ਚਰਚਾ ਕਰਾਂਗੇ। ਠੀਕ ਹੈ ਵਿਦਿਆਰਥੀਓ, ਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਨੋਟਬੁੱਕ ਤੇ ਪੈਨ ਵਗੈਰਾ ਆਪਣੇ ਕੋਲ ਜ਼ਰੂਰ ਲੈ ਲਏ ਹੋਣਗੇ ਤੇ ਲੈਸਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੋਵੋਗੇ। ਤਾਂ ਵਿਦਿਆਰਥੀਓ ਆਓ ਸ਼ੁਰੂ ਕਰਦੇ ਹਾਂ ਅੱਜ ਦਾ ਲੈਸਨ ਤੇ ਦੇਖਦੇ ਹਾਂ ਸਭ ਤੋਂ ਪਹਿਲਾ ਕਨਸੈਪਟ। ਸਭ ਤੋਂ ਪਹਿਲਾਂ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਰੇਖੀ ਗ੍ਰਾਫ। ਰੇਖੀ ਗ੍ਰਾਫ ਹੁੰਦਾ ਕੀ ਹੈ? ਰੇਖੀ ਗ੍ਰਾਫ ਅਨੇਕ ਰੇਖਾਖੰਡਾਂ ਨੂੰ ਆਪਸ ਵਿੱਚ ਮਿਲਾ ਕੇ ਬਣਾਇਆ ਜਾਂਦਾ ਹੈ। ਕਦੇ-ਕਦੇ ਇਹ ਗ੍ਰਾਫ ਇੱਕ ਪੂਰੀ ਬਿਨਾਂ ਟੁੱਟੇ ਰੇਖਾ ਵੀ ਹੋ ਸਕਦੀ ਹੈ। ਇਸ ਤਰ੍ਹਾਂ ਦੇ ਗ੍ਰਾਫ ਨੂੰ ਰੇਖੀ ਗ੍ਰਾਫ ਕਹਿੰਦੇ ਹਾਂ। ਇਸ ਤਰ੍ਹਾਂ ਦਾ ਗ੍ਰਾਫ ਬਣਾਉਣ ਦੇ ਲਈ ਵਰਗੀਕ੍ਰਿਤ ਕਾਗਜ਼ ਉੱਤੇ ਕੁਝ ਬਿੰਦੂ ਅੰਕਿਤ ਕਰਨੇ ਪੈਂਦੇ ਹਨ। ਹੁਣ ਅਸੀਂ ਸਿੱਖਾਂਗੇ ਕਿ ਵਰਗੀਕ੍ਰਿਤ ਕਾਗਜ਼ ਦੇ ਉੱਤੇ ਬਿੰਦੂ ਆਸਾਨੀ ਨਾਲ ਕਿਵੇਂ ਅੰਕਿਤ ਕੀਤੇ ਜਾਂਦੇ ਹਨ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਜਿਹੜਾ ਤਲ ਦੇ ਉੱਤੇ ਕਿਤੇ ਵੀ ਸਾਡੇ ਕੋਲ ਜੇ ਅਸੀਂ ਕੋਈ ਬਿੰਦੂ ਦਰਸਾਉਣਾ ਹੈ, ਬਿੰਦੂ ਦੀ ਪੋਜੀਸ਼ਨ, ਬਿੰਦੂ ਦੀ ਸਥਿਤੀ ਅਸੀਂ ਦੱਸਣੀ ਹੈ ਤਾਂ ਉਹਨੂੰ ਅਸੀਂ ਕਿਵੇਂ ਦਰਸਾਵਾਂਗੇ। ਤਾਂ ਆਓ ਇੱਕ ਛੋਟੀ ਜਿਹੀ ਸਥਿਤੀ ਆਪਾਂ ਦੇਖਦੇ ਹਾਂ। ਹਾਂਜੀ, ਬਿੰਦੂ ਦੀ ਸਥਿਤੀ। ਕਲਾਸ ਦੇ ਵਿੱਚ ਅਧਿਆਪਕਾਂ ਨੇ ਕੀ ਕੀਤਾ, ਇਹ ਟੀਚਰ ਬੋਰਡ ਦੇ ਉੱਤੇ ਬੱਚਿਆਂ ਨੂੰ ਕੁਝ ਸਮਝਾ ਰਹੀ ਹੈ। ਅਧਿਆਪਕਾਂ ਨੇ ਬਲੈਕ ਬੋਰਡ ਉੱਤੇ ਇੱਕ ਬਿੰਦੂ ਅੰਕਿਤ ਕੀਤਾ। ਫਿਰ ਉਸਨੇ ਵਿਦਿਆਰਥੀਆਂ ਤੋਂ ਪੁੱਛਿਆ ਕਿ ਉਹ ਉਸਦੀ ਬਲੈਕ ਬੋਰਡ ਤੇ ਸਥਿਤੀ ਕਿਸ ਤਰ੍ਹਾਂ ਦੱਸਣਗੇ। ਤਾਂ ਇਸ ਤੇ ਅਨੇਕ ਉੱਤਰ ਮਿਲੇ। ਠੀਕ ਹੈ, ਤੋ ਅਧਿਆਪਕ ਨੇ ਬੋਰਡ ਦੇ ਉੱਤੇ ਇੱਕ ਜਿਹੜਾ ਬਿੰਦੂ ਹੈ ਇਹ ਤੁਸੀਂ ਦੇਖ ਸਕਦੇ ਹੋ, ਇਹ ਅੰਕਿਤ ਕੀਤਾ ਤੇ ਫਿਰ ਬੱਚਿਆਂ ਨੂੰ ਪੁੱਛਿਆ ਕਿ ਤੁਸੀਂ ਕਿਵੇਂ ਦੱਸੋਗੇ ਕਿ ਇਹ ਜਿਹੜਾ ਬਿੰਦੂ ਹੈ ਉਹ ਇਸ ਬੋਰਡ ਦੇ ਕਿਸ ਹਿੱਸੇ ਦੇ ਵਿੱਚ ਸਥਿਤ ਹੈ, ਕਿਸ ਭਾਗ ਦੇ ਵਿੱਚ ਸਥਿਤ ਹੈ, ਜਾਂ ਐਗਜ਼ੈਕਟ ਜਿਹੜੀ ਲੋਕੇਸ਼ਨ ਹੈ, ਪੋਜੀਸ਼ਨ ਹੈ ਇਸ ਬਿੰਦੂ ਦੀ ਅਸੀਂ ਕਿਵੇਂ ਦਰਸਾ ਸਕਦੇ ਹਾਂ। ਠੀਕ ਹੈ, ਤੋ ਅਧਿਆਪਕਾਂ ਦੇ ਕੁਐਸਚਨ ਜਿਹੜਾ ਇਹ ਸਵਾਲ ਪੁੱਛਣ ਤੇ ਵੱਖ-ਵੱਖ ਬੱਚਿਆਂ ਨੇ ਆਪਣੀ ਆਪਣੀ ਜਿਹੜੀ ਰਾਏ ਦਿੱਤੀ ਕਿ ਬਿੰਦੂ ਦੀ ਜਿਹੜੀ ਸਥਿਤੀ ਦਰਸਾਉਣ ਦੇ ਲਈ ਅਸੀਂ ਕਿਵੇਂ ਦੱਸ ਸਕਦੇ ਹਾਂ, ਕਿਵੇਂ ਲਿਖ ਸਕਦੇ ਹਾਂ। ਠੀਕ ਹੈ, ਤੋ ਆਓ ਦੇਖਦੇ ਹਾਂ ਬੱਚਿਆਂ ਦੀ ਜਿਹੜੀ ਰਾਏ ਸੀ, ਬੱਚਿਆਂ ਦਾ ਜੋ ਅੰਦਾਜ਼ਾ ਸੀ, ਜੋ ਅਨੁਮਾਨ ਸੀ। ਸਭ ਤੋਂ ਪਹਿਲਾਂ ਇੱਕ ਲੜਕੀ ਨੇ ਕੀ ਜਵਾਬ ਦਿੱਤਾ ਕਿ ਇਹ ਬਿੰਦੂ ਬਲੈਕ ਬੋਰਡ ਦੇ ਉੱਪਰ ਵਾਲੇ ਅੱਧੇ ਭਾਗ ਵਿੱਚ ਹੈ। ਠੀਕ ਹੈ, ਤੋ ਲੜਕੀ ਨੇ ਆਪਣੇ ਵੱਲੋਂ ਸਹੀ ਜਵਾਬ ਦਿੱਤਾ ਹੈ ਕਿ ਜਿਹੜਾ ਇਹ ਬਿੰਦੂ ਹੈ, ਅਗਰ ਇਸ ਬੋਰਡ ਨੂੰ ਅਸੀਂ ਹਾਫ ਅੱਧੇ ਭਾਗ ਦੇ ਵਿੱਚ ਵੰਡ ਲੈਂਦੇ ਹਾਂ ਤਾਂ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਬਿੰਦੂ ਹੈ ਉਹ ਬੋਰਡ ਦੇ ਉੱਪਰ ਵਾਲੇ ਅੱਧੇ ਭਾਗ ਦੇ ਵਿੱਚ ਸਥਿਤ ਹੈ। ਪਰ ਇਸ ਤੋਂ ਸਾਨੂੰ ਬਿੰਦੂ ਦੀ ਜਿਹੜੀ ਬਿਲਕੁਲ ਸਹੀ ਸਥਿਤੀ ਦਾ ਜਿਹੜਾ ਪਤਾ ਨਹੀਂ ਲੱਗਦਾ। ਕਿਉਂਕਿ ਅੱਧਾ ਭਾਗ ਤਾਂ ਇਹ ਪੂਰੇ ਦਾ ਪੂਰਾ ਜਿਹੜਾ ਬੋਰਡ ਦਾ ਉਹ ਸਾਰਾ ਅੱਧਾ ਭਾਗ ਹੈ। ਤਾਂ ਜੇ ਸਿਰਫ ਇੰਨਾ ਹੀ ਦੱਸਿਆ ਜਾਂਦਾ ਹੈ ਕਿ ਜਿਹੜਾ ਬਿੰਦੂ ਹੈ ਉਹ ਬੋਰਡ ਦੇ ਉੱਪਰ ਵਾਲੇ ਅੱਧੇ ਭਾਗ ਦੇ ਵਿੱਚ ਸਥਿਤ ਹੈ, ਤਾਂ ਇਸ ਤੋਂ ਬਿੰਦੂ ਦੀ ਜਿਹੜੀ ਅਸਲੀ ਸਥਿਤੀ ਦਾ ਨਹੀਂ ਪਤਾ ਚੱਲਦਾ। ਪਰ ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਿੰਦੂ ਜਿਹੜਾ ਉੱਪਰ ਵਾਲੇ ਭਾਗ ਦੇ ਵਿੱਚ ਕਿਤੇ ਵੀ ਜਿਹੜਾ ਹੋ ਸਕਦਾ ਹੈ। ਠੀਕ ਹੈ, ਸੋ ਜੇਕਰ ਬਿੰਦੂ ਦੀ ਸਹੀ ਸਥਿਤੀ ਜਿਹੜੀ ਦੱਸਣੀ ਹੋਵੇ ਤਾਂ ਸਿਰਫ ਇੰਨਾ ਜਿਹੜਾ ਕਹਿ ਦੇਣਾ ਕਿ ਬੋਰਡ ਦੇ ਉੱਪਰ ਵਾਲੇ ਅੱਧੇ ਭਾਗ ਦੇ ਵਿੱਚ ਬਿੰਦੂ ਸਥਿਤ ਹੈ, ਇਹ ਨਾ ਕਾਫੀ ਹੈ, ਇਹ ਪੂਰਾ ਸਹੀ ਨਹੀਂ ਹੈ। ਠੀਕ ਹੈ, तो इस तो बाद किसी होर बच्चे ने भी अपना जड़ा अनुमान लगाया, अपनी राय दी, वो भी देखते हैं। तो अगे फिर एक होर लड़की है, वो कहती है कि ये बिंदु ब्लैक बोर्ड के खब्बे पासे दे किनारे दे कोल है। ठीक है, तो बोर्ड के उत्ते तुसी देख सकते हो, ये साडे कोल खब्बा पासा है, ये साडे कोल सज्जा पासा है, सज्जा किनारा ते खब्बा किनारा। तो लड़की ने सही दसिया है कि जिहड़ा बिंदु है वो खब्बे किनारे दे कोल है, पर फिर भी खब्बे किनारे दे कोल तां ये सारा वाला पोर्शन है। तो इहदे नाल भी सानू सही स्थिति जिहड़ी बिंदु दी नहीं पता चलदी अजे तक। तो इस तो बाद होर एक बच्चे ने जिहड़ा अपना जवाब दिता वो देखते हैं। तो एक होर बच्चे ने की कहा कि ये बिंदु उपर वाले खब्बे कोने दे बिल्कुल कोल है। तो इन्हें कहा कि उपर वाले जिहड़े दोनों कोने ने उन्हां दे विचों खब्बे कोने दे कोल है ये वाला बिंदु, पर उहदे नाल भी सानू जिहड़ी बिंदु दी सही स्थिति पूरी नहीं पता चलदी, क्योंकि खब्बे पासे दे कोल तां हुण बिंदु जिहड़ा इस भाग दे विच कोई भी किते भी हो सकदा, हर एक कोई भी बिंदु जिहड़ा इस भाग दे विच होएगा उहनूं असीं यही कहांगे कि उपर वाले खब्बे किनारे दे कोल है। एग्जैक्ट इहदी लोकेशन जिहड़ी अजे तक सानू नहीं पता चलती। सो तीनों ही बच्चों के जिहड़े असीं उत्तर देखे ने, एक बच्चे ने कहा कि बिंदु ब्लैक बोर्ड के उपर वाले अद्धे भाग विच स्थित है, ये पूरा सच नहीं है, पूरी स्थिति नूं वर्णन नहीं करता।
ਦੂਜੇ ਨੇ ਕਿਹਾ ਕਿ ਇਹ ਬਿੰਦੂ ਬਲੈਕ ਬੋਰਡ ਦੇ ਖੱਬੇ ਪਾਸੇ ਦੇ ਕਿਨਾਰੇ ਕੋਲ ਹੈ। ਇਹ ਵੀ ਥੋੜਾ ਜਿਹਾ ਸੱਚ ਹੈ, ਪਰ ਪੂਰੀ ਸਥਿਤੀ ਨੂੰ ਦਰਸਾ ਨਹੀਂ ਸਕਦੇ ਅਸੀਂ ਇਸ ਢੰਗ ਦੇ ਨਾਲ। ਤੀਜੇ ਬੱਚੇ ਨੇ ਕਿਹਾ ਸੀ ਕਿ ਇਹ ਬਿੰਦੂ ਉੱਪਰ ਵਾਲੇ ਖੱਬੇ ਕੋਨੇ ਦੇ ਕੋਲ ਹੈ। ਉਹ ਵੀ ਜਿਹੜੀ ਸਹੀ ਸਥਿਤੀ, ਜਿਹੜੀ ਪ੍ਰੋਪਰ ਸਥਿਤੀ ਬਿੰਦੂ ਦੀ ਨਹੀਂ ਦੱਸ ਪਾਇਆ। ਇਸ ਤੋਂ ਬਾਅਦ ਫਿਰ ਇੱਕ ਹੋਰ ਬੱਚੇ ਨੇ ਜਿਹੜੀ ਆਪਣੀ ਰਾਏ ਦਿੱਤੀ। ਤਦ ਜੌਹਨ ਨੇ ਇੱਕ ਸੁਝਾਅ ਦਿੱਤਾ। ਉਸਨੇ ਬਿੰਦੂ ਦੀ ਦੂਰੀ ਬਲੈਕ ਬੋਰਡ ਦੇ ਖੱਬੇ ਕਿਨਾਰੇ ਤੋਂ ਮਾਪੀ ਅਤੇ ਕਿਹਾ ਇਹ ਬਿੰਦੂ ਬਲੈਕ ਬੋਰਡ ਦੇ ਖੱਬੇ ਕਿਨਾਰੇ ਤੋਂ 90 ਸੈਂਟੀਮੀਟਰ ਦੂਰ ਹੈ। ਕੀ ਤੁਸੀਂ ਸਮਝਦੇ ਹੋ ਕਿ ਉਸ ਦਾ ਸੁਝਾਅ ਬਿਲਕੁਲ ਸਹੀ ਹੈ? ਜੌਨ ਨੇ ਕੀ ਕੀਤਾ? ਜੌਨ ਨੇ ਖੱਬੇ ਕਿਨਾਰੇ ਤੋਂ ਇਸ ਬਿੰਦੂ ਦੀ ਜਿਹੜੀ ਦੂਰੀ ਹੈ ਉਸ ਨੂੰ ਮਾਪਿਆ ਅਤੇ ਦੱਸਿਆ ਕਿ ਇਹ ਜਿਹੜਾ ਬਿੰਦੂ ਹੈ ਇਹ ਖੱਬੇ ਕਿਨਾਰੇ ਤੋਂ 90 ਸੈਂਟੀਮੀਟਰ ਦੂਰੀ ਦੇ ਉੱਤੇ ਸਥਿਤ ਹੈ। ਪਰ ਜੇਕਰ ਅਸੀਂ ਧਿਆਨ ਦਈਏ ਤਾਂ ਇਹ ਹਰੀ ਲਾਈਨ ਜਿਹੜੀ ਤੁਸੀਂ ਗ੍ਰੀਨ ਲਾਈਨ ਦੇਖ ਸਕਦੇ ਹੋ, ਇਸ ਲਾਈਨ ਦੇ ਉੱਤੇ ਜੇਕਰ ਅਸੀਂ ਕੋਈ ਵੀ ਬਿੰਦੂ ਇੱਥੇ ਲਗਾ ਦਿੰਨੇ ਹਾਂ ਤਾਂ ਉਸ ਹਰ ਬਿੰਦੂ ਦੀ ਜਿਹੜੀ ਦੂਰੀ ਹੈ ਸਾਡੇ ਕੋਲ ਖੱਬੇ ਪਾਸੇ ਤੋਂ, ਖੱਬੇ ਕਿਨਾਰੇ ਤੋਂ, ਉਹ 90 ਸੈਂਟੀਮੀਟਰ ਹੀ ਰਹੇਗੀ। ਸੋ ਕਿਨਾਰੇ ਤੋਂ 90 ਸੈਂਟੀਮੀਟਰ ਦੂਰੀ ਤੋਂ ਸਾਨੂੰ ਸਿਰਫ ਇੰਨਾ ਪਤਾ ਚੱਲਦਾ ਹੈ ਕਿ ਇਹ ਬਿੰਦੂ ਇਸ ਪੂਰੀ ਰੇਖਾ ਦੇ ਉੱਤੇ, ਪੂਰੀ ਲਾਈਨ ਦੇ ਉੱਤੇ ਕਿਤੇ ਵੀ ਸਥਿਤ ਹੋ ਸਕਦਾ ਹੈ, ਕਿਉਂਕਿ ਇਸ ਲਾਈਨ ਦੇ ਉੱਤੇ, ਇਸ ਰੇਖਾ ਦੇ ਉੱਤੇ ਜਿੰਨੇ ਵੀ ਬਿੰਦੂ ਜਿਹੜੇ ਸਥਿਤ ਹੋਣਗੇ ਉਹ ਖੱਬੇ ਕਿਨਾਰੇ ਤੋਂ 90 ਸੈਂਟੀਮੀਟਰ ਦੂਰੀ ਦੇ ਉੱਤੇ ਹੀ ਸਥਿਤ ਹੋਣਗੇ। ਠੀਕ ਹੈ। ਸੋ ਇਹ ਜਿਹੜੀ ਜਾਣਕਾਰੀ ਹੈ ਕੁਝ ਨਾ ਕੁਝ ਬਿੰਦੂ ਦੀ ਸਥਿਤੀ ਦਰਸਾਉਣ ਦੇ ਲਈ ਲਾਹੇਵੰਦ ਹੋ ਸਕਦੀ ਹੈ, ਪਰ ਅਜੇ ਵੀ ਕਿਸੇ ਹੋਰ ਚੀਜ਼ ਦੀ ਵੀ ਕਮੀ ਹੈ। ਆਓ ਦੇਖਦੇ ਹਾਂ ਅੱਗੇ ਕਿਸੇ ਹੋਰ ਬੱਚੇ ਨੇ ਵੀ ਕੋਈ ਸੁਝਾਅ ਦਿੱਤਾ ਹੈ ਕਿ ਨਹੀਂ। ਤਦ ਰੇਖਾ ਨੇ ਕਥਨ ਨੂੰ ਸੁਧਾਰਦੇ ਹੋਏ ਕਿਹਾ ਇਹ ਬਿੰਦੂ ਬਲੈਕ ਬੋਰਡ ਦੇ ਖੱਬੇ ਕਿਨਾਰੇ ਤੋਂ 90 ਸੈਂਟੀਮੀਟਰ ਅਤੇ ਹੇਠਲੇ ਕਿਨਾਰੇ ਤੋਂ 160 ਸੈਂਟੀਮੀਟਰ ਦੂਰੀ ਉੱਤੇ ਸਥਿਤ ਹੈ। ਹੁਣ ਦੇਖੋ ਰੇਖਾ ਨੇ ਕੀ ਕਿਹਾ। ਰੇਖਾ ਨੇ ਇਸ ਬਿੰਦੂ ਦੀ ਜਿਹੜੀ ਦੂਰੀ ਸੀ ਖੱਬੇ ਕਿਨਾਰੇ ਤੋਂ ਦੱਸਣ ਦੇ ਨਾਲ ਨਾਲ ਇਹ ਵੀ ਦੱਸਿਆ ਕਿ ਇਹ ਜਿਹੜਾ ਬਿੰਦੂ ਹੈ ਇਹ ਹੇਠਲੇ ਕਿਨਾਰੇ ਤੋਂ ਕਿੰਨਾ ਦੂਰ ਹੈ। ਠੀਕ ਹੈ। ਤੋਂ ਖੱਬੇ ਕਿਨਾਰੇ ਤੋਂ ਇਹਦੀ ਜਿਹੜੀ ਦੂਰੀ ਹੈ ਉਹ 90 ਸੈਂਟੀਮੀਟਰ ਹੈ। ਇਹ ਬਿੰਦੂ ਹੇਠਲੇ ਕਿਨਾਰੇ ਤੋਂ ਇਸ ਦੀ ਜਿਹੜੀ ਦੂਰੀ ਹੈ ਉਹ 160 ਸੈਂਟੀਮੀਟਰ ਹੋਏਗੀ। ਠੀਕ ਹੈ। ਇਸ ਪ੍ਰਕਾਰ ਸਮੱਸਿਆ ਦਾ ਠੀਕ ਹੱਲ ਪ੍ਰਾਪਤ ਕਰਦੇ ਹਨ। तो अध्यापका ने दसिया कि हुण बिल्कुल सही है। किसी भी बिंदु की जेकर किसी भी तल दे विच असीं स्थिति जिहड़ी है वो दर्शाउणी होवे, एग्जैक्ट उहदी लोकेशन जिहड़ी दसनी होवे, ਉਹਦੇ ਲਈ ਸਾਨੂੰ ਕੁਝ ਨਾ ਕੁਝ ਰੈਫਰੈਂਸ ਜਿਹੜੀਆਂ ਰੇਖਾਵਾਂ, ਰੈਫਰੈਂਸ ਲਾਈਨਸ ਜਿਹੜੀਆਂ ਉਹ ਸਾਨੂੰ ਲੈਣੀਆਂ ਪੈਂਦੀਆਂ ਨੇ। ਜਿਵੇਂ ਇਹਦੇ 'ਚ ਖੱਬਾ ਕਿਨਾਰਾ ਅਤੇ ਹੇਠਲੇ ਕਿਨਾਰੇ ਦੀ ਗੱਲ ਕੀਤੀ ਹੈ, ਫਿਰ ਖੱਬੇ ਕਿਨਾਰੇ ਤੋਂ ਇਹ ਬਿੰਦੂ ਕਿੰਨਾ ਦੂਰ ਹੈ ਇਹ ਦੱਸਿਆ ਗਿਆ ਤੇ ਹੇਠਲੇ ਕਿਨਾਰੇ ਤੋਂ ਇਹ ਬਿੰਦੂ ਕਿੰਨਾ ਦੂਰ ਹੈ ਉਹ ਦੱਸਿਆ ਗਿਆ। ਇਹਦੇ ਨਾਲ ਸਾਡੇ ਕੋਲ ਇਸ ਬਿੰਦੂ ਦੀ ਜਿਹੜੀ ਹੈ ਸਹੀ ਸਥਿਤੀ ਦਾ ਪਤਾ ਲੱਗ ਸਕਦਾ ਹੈ। तो ये ਜਿਹੜੀ ਸਾਡੇ ਕੋਲ ਸੰਖਿਆਵਾਂ ਨੇ 90 ਸੈਂਟੀਮੀਟਰ ਅਤੇ 160 ਸੈਂਟੀਮੀਟਰ, ਇਹ ਹੀ ਸਾਡੇ ਕੋਲ ਇਸ ਬਿੰਦੂ ਦੇ ਨਿਰਦੇਸ਼ ਅੰਕ ਨੇ। ਇਹਨਾਂ ਨੂੰ ਅਸੀਂ ਐਵੇਂ ਲਿਖ ਲੈਂਦੇ ਹਾਂ ਬ੍ਰੈਕਟ ਦੇ ਵਿੱਚ 90, 160। ਠੀਕ ਹੈ। ਤੇ ਇਹ ਜਿਹੜਾ ਖੱਬੇ ਪਾਸੇ ਦਾ ਸਾਡੇ ਕੋਲ ਕਿਨਾਰਾ ਹੈ ਇਹਨੂੰ ਅਸੀਂ y ਧੁਰਾ ਕਹਿੰਦੇ ਹਾਂ ਤੇ ਇਹ ਜਿਹੜਾ ਹੇਠਲਾ ਕਿਨਾਰਾ ਹੈ ਇਹਨੂੰ ਅਸੀਂ x ਧੁਰਾ ਕਹਿੰਦੇ ਹਾਂ। ਠੀਕ ਹੈ। तो ਇਸ ਢੰਗ ਦੇ ਨਾਲ ਤਲ ਦੇ ਉੱਤੇ x ਧੁਰਾ ਅਤੇ y ਧੁਰਾ ਦਰਸਾਉਣ ਦੇ ਨਾਲ, ਲੈਣ ਦੇ ਨਾਲ, ਫਿਕਸ ਕਰਨ ਦੇ ਨਾਲ ਫਿਰ ਉਹਨਾਂ ਦੇ ਕੋਰਸਪੋਂਡਿੰਗ, ਉਹਨਾਂ ਦੇ ਸੰਗਤ ਅਸੀਂ ਬਿੰਦੂ ਦੀ ਜਿਹੜੀ ਸਥਿਤੀ ਹੈ ਉਹ ਦੱਸ ਸਕਦੇ ਹਾਂ ਕਿ ਇਹ ਬਿੰਦੂ ਜਿਹੜਾ ਹੈ x ਧੁਰੇ ਤੋਂ ਕਿੰਨਾ ਦੂਰ ਹੈ ਤੇ y ਧੁਰੇ ਤੋਂ ਕਿੰਨਾ ਦੂਰ ਹੈ। ਇਸ ਬਿੰਦੂ A ਦੀ ਜਿਹੜੀ y ਧੁਰੇ ਤੋਂ ਦੂਰੀ ਹੈ ਉਹਨੂੰ ਅਸੀਂ ਇਸ ਬਿੰਦੂ ਦਾ x ਨਿਰਦੇਸ਼ ਅੰਕ ਕਹਿੰਦੇ ਹਾਂ। ਤਾਂ 90 ਜਿਹੜਾ ਹੈ ਇਹਦੇ ਵਿੱਚ ਸਾਡੇ ਕੋਲ ये x निर्देशांक है ते 160 जो है 160 जो है वो इस बिंदु दी x ਧੁਰੇ ਤੋਂ ਜਾਂ ਹੇਠਲੇ ਕਿਨਾਰੇ ਤੋਂ ਜਿਹੜੀ ਦੂਰੀ ਹੈ ਇਸ ਨੂੰ ਅਸੀਂ ਬਿੰਦੂ ਦਾ y ਨਿਰਦੇਸ਼ਕ ਅੰਕ ਕਹਿੰਦੇ ਹਾਂ। y ਨਿਰਦੇਸ਼ ਅੰਕ। ठीक है। तो x निर्देश अंक ਅਤੇ y निर्देश अंक ਦੇ ਨਾਲ ਅਸੀਂ ਕਿਸੇ ਵੀ ਬਿੰਦੂ ਦੀ ਜਿਹੜੀ ਤਲ ਦੇ ਵਿੱਚ ਸਥਿਤੀ ਹੈ ਉਹਨੂੰ ਦਰਸਾ ਸਕਦੇ ਹਾਂ। ਇਸ ਤੋਂ ਬਾਅਦ ਅਧਿਆਪਕਾਂ ਨੇ ਇਹ ਸਵਾਲ ਕੀਤਾ ਕਿ ਕੀ 160, 90 ਲਿਖਣ ਦੇ ਨਾਲ ਕੀ ਇਹ ਜਿਹੜੇ ਨਿਰਦੇਸ਼ ਅੰਕ ਨੇ ਇਹ ਵੀ ਇਸੇ ਹੀ ਬਿੰਦੂ ਦੇ ਨਿਰਦੇਸ਼ ਅੰਕ ਹੋਣਗੇ।
ਤਾਂ ਵਿਦਿਆਰਥੀਆਂ ਦੇ ਵਿੱਚੋਂ ਕਿਸੇ ਬੱਚੇ ਨੇ ਜਵਾਬ ਦਿੱਤਾ ਜੋ ਕਿ ਬਿਲਕੁਲ ਸਹੀ ਸੀ, ਨਹੀਂ, ਇਹ ਜਿਹੜੇ ਨਿਰਦੇਸ਼ਾਂਕ ਨੇ ਇਹ A ਬਿੰਦੂ ਦੇ ਨਹੀਂ ਹੋ ਸਕਦੇ, ਕਿਸੇ ਹੋਰ ਬਿੰਦੂ ਦੇ ਨਿਰਦੇਸ਼ਾਂਕ ਹੋਣਗੇ। ਕਿਉਂ? ਕਿਉਂਕਿ ਇਹ ਜਿਹੜੇ ਨਿਰਦੇਸ਼ਾਂਕ ਨੇ ਇਹ ਦੱਸਦੇ ਨੇ ਕਿ ਇਹ ਜਿਹੜਾ ਵੀ ਬਿੰਦੂ ਹੈ, ਮੰਨ ਲਓ ਕਿ ਸਾਡੇ ਕੋਲ ਬਿੰਦੂ B ਦੇ ਨਿਰਦੇਸ਼ਾਂਕ ਹਨ, ਤੋ ਇਹ ਨਿਰਦੇਸ਼ਾਂਕਾਂ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਜਿਹੜਾ B ਬਿੰਦੂ ਹੈ ਉਹ y ਧੁਰੇ ਤੋਂ ਭਾਵ ਖੱਬੇ ਕਿਨਾਰੇ ਤੋਂ 160 ਸੈਂਟੀਮੀਟਰ ਦੀ ਦੂਰੀ ਤੇ ਹੈ, ਜਦ ਕਿ x ਧੁਰੇ ਤੋਂ ਜਾਂ ਹੇਠਲੇ ਕਿਨਾਰੇ ਤੋਂ 90 ਸੈਂਟੀਮੀਟਰ ਦੀ ਦੂਰੀ ਦੇ ਉੱਤੇ ਹੈ। ਠੀਕ ਹੈ, ਤੋ x ਧੁਰੇ ਤੋਂ 90 ਸੈਂਟੀਮੀਟਰ ਅਸੀਂ ਦੂਰੀ ਲਵਾਂਗੇ ਤੇ y ਧੁਰੇ ਤੋਂ 160 ਸੈਂਟੀਮੀਟਰ ਦੀ ਦੂਰੀ ਲਵਾਂਗੇ, ਫਿਰ ਸਾਡੇ ਕੋਲ ਜਿਸ ਬਿੰਦੂ ਦੇ ਇਹ ਨਿਰਦੇਸ਼ਾਂਕ ਨੇ ਉਹ ਸਾਡੇ ਕੋਲ ਪ੍ਰਾਪਤ ਹੋ ਜਾਵੇਗਾ। ਸੋ ਅਸੀਂ ਇਸ ਚੀਜ਼ ਦਾ ਬਹੁਤ ਧਿਆਨ ਰੱਖਣਾ ਹੈ ਕਿ ਜਦੋਂ ਵੀ ਅਸੀਂ ਨਿਰਦੇਸ਼ਾਂਕ ਇਸ ਢੰਗ ਦੇ ਨਾਲ ਬ੍ਰੈਕਟ ਦੇ ਵਿੱਚ ਲਿਖਣੇ ਨੇ, x ਨਿਰਦੇਸ਼ਾਂਕ ਤੇ y ਨਿਰਦੇਸ਼ਾਂਕ, ਤਾਂ ਇਹਨਾਂ ਦੀ ਜਿਹੜੀ ਸਾਡੇ ਕੋਲ ਕ੍ਰਮ ਹੈ, ਤਰਤੀਬ ਹੈ, ਉਹ ਹਮੇਸ਼ਾ ਸਹੀ ਹੋਣੀ ਚਾਹੀਦੀ ਹੈ। ਬ੍ਰੈਕਟ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ x ਨਿਰਦੇਸ਼ਾਂਕ ਨੂੰ ਲਿਖਦੇ ਹਾਂ, ਫਿਰ ਉਸ ਤੋਂ ਬਾਅਦ ਬਿੰਦੂ ਦੇ y ਨਿਰਦੇਸ਼ਾਂਕ ਨੂੰ ਹੀ ਲਿਖਦੇ ਹਾਂ। ਜੇਕਰ ਅਸੀਂ ਇਹਨਾਂ ਨੂੰ ਉਲਟਾ ਕਰ ਦਿੰਦੇ ਹਾਂ ਤਾਂ ਉਹ ਸਾਡੇ ਕੋਲ ਕਿਸੇ ਹੋਰ ਬਿੰਦੂ ਦੇ ਨਿਰਦੇਸ਼ਾਂਕ ਬਣ ਜਾਣਗੇ। ਠੀਕ ਹੈ ਵਿਦਿਆਰਥੀਓ, ਸੋ ਹੁਣ ਅਸੀਂ ਨਿਰਦੇਸ਼ਾਂਕਾਂ ਨੂੰ ਹੋਰ ਵਿਸਥਾਰ ਦੇ ਨਾਲ ਜਾਣਦੇ ਹੋਏ ਕਾਰਟੀਜ਼ੀਅਨ ਸਿਸਟਮ ਦੇ ਬਾਰੇ ਚਰਚਾ ਕਰਾਂਗੇ। ਠੀਕ ਹੈ, तो आओ देखते हैं। ਕਿਹਾ ਜਾਂਦਾ ਹੈ ਕਿ 17ਵੀਂ ਸਦੀ ਵਿੱਚ ਰੇਨੇ ਦਕਾਰਤੇ ਨੇ ਕੀੜੀ ਨੂੰ ਛੱਤ ਦੇ ਕੋਨੇ ਦੇ ਕੋਲ ਚੱਲਦੇ ਹੋਏ ਦੇਖਿਆ ਅਤੇ ਤਲ ਉੱਤੇ ਕਿਸੇ ਬਿੰਦੂ ਦੀ ਸਥਿਤੀ ਨੂੰ ਨਿਰਧਾਰਿਤ ਕਰਨ ਦੇ ਬਾਰੇ ਵਿੱਚ ਸੋਚਣਾ ਸ਼ੁਰੂ ਕੀਤਾ। ਲੇਟਵੀਂ ਅਤੇ ਖੜਵੀਂ ਦੋ ਰੇਖਾਵਾਂ ਤੋਂ ਬਿੰਦੂ ਦੀਆਂ ਦੋ ਦੂਰੀਆਂ ਮਾਪ ਕੇ ਸਥਿਤੀ ਦੱਸਣ ਦੀ ਵਿਧੀ ਨੂੰ ਉਸ ਦੇ ਸਨਮਾਨ ਵਿੱਚ ਅੱਜ ਕਾਰਟੀਜ਼ੀਅਨ ਵਿਧੀ ਜਾਂ ਕਾਰਟੀਜ਼ੀਅਨ ਸਿਸਟਮ ਆਖਦੇ ਹਨ। ਠੀਕ ਹੈ, तो आओ समझते हैं ਆਪਾਂ ਇਹਦੇ ਵਿੱਚ ਕਿਵੇਂ ਲੇਟਵੀਂ ਤੇ ਖੜਵੀਂ ਜਿਹੜੀ ਦੋ ਰੇਖਾਵਾਂ ਦੀ ਗੱਲ ਕੀਤੀ ਗਈ ਹੈ। ਠੀਕ ਹੈ, ਸੋ ਵਿਦਿਆਰਥੀਓ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇੱਥੇ ਸਾਡੇ ਕੋਲ ਇੱਕ ਰੇਖਾ ਜਿਹੜੀ ਹੈ ਉਹ ਲੇਟਵੀਂ ਇੱਥੇ ਤੁਸੀਂ ਦੇਖ ਸਕਦੇ ਹੋ ਲਗਾਈ ਗਈ ਹੈ ਹੌਰੀਜ਼ੌਂਟਲ ਲਾਈਨ, ਇਹਨੂੰ ਅਸੀਂ x ਧੁਰਾ ਕਹਿੰਦੇ ਹਾਂ। ਇੱਥੇ x ਜਿਹੜਾ ਲਿਖਿਆ ਹੋਇਆ ਤੁਸੀਂ ਪੜ੍ਹ ਸਕਦੇ ਹੋ। ਇਹਦੇ ਨਾਲ ਹੀ ਇੱਕ ਹੋਰ ਜਿਹੜੀ ਰੇਖਾ ਜਿਹੜੀ ਕਿ ਪਹਿਲੀ ਰੇਖਾ ਨੂੰ ਲੰਬ ਹੈ, ਪਰਪੈਂਡੀਕੂਲਰ ਹੈ, ਉਹ ਅਸੀਂ ਖਿੱਚੀ ਹੈ, ਇਹਨੂੰ ਅਸੀਂ ਖੜਵੀਂ ਰੇਖਾ ਜਾਂ y ਧੁਰਾ ਕਹਿੰਦੇ ਹਾਂ। ਠੀਕ ਹੈ, ਤੋ ਜਿਹੜੀ ਲੇਟਵੀਂ ਰੇਖਾ ਹੈ ਇਹਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਕੁਝ ਨੰਬਰ ਵੀ ਜਿਹੜੇ ਸੰਖਿਆਵਾਂ ਜਿਹੜੀਆਂ ਨੇ ਉਹ ਅੰਕਿਤ ਕੀਤੀਆਂ ਹੋਈਆਂ ਨੇ। ਸਭ ਤੋਂ ਵਿਚਕਾਰ ਇੱਥੇ 0 ਹੈ, 0 ਤੋਂ ਬਾਅਦ 1 2 3 4 5 6 7 ਇਸੇ ਢੰਗ ਦੇ ਨਾਲ 10 ਤੱਕ ਜਾਂ ਇਸ ਤੋਂ ਅੱਗੇ ਵੀ ਜਿੰਨੀ ਸਾਨੂੰ ਲੋੜ ਹੋਵੇ ਅਸੀਂ ਸੰਖਿਆਵਾਂ ਇਹਦੇ ਤੇ ਦਰਸਾ ਸਕਦੇ ਹਾਂ। ਇਸੇ ਢੰਗ ਦੇ ਨਾਲ 0 ਦੇ ਖੱਬੇ ਪਾਸੇ ਜਿਹੜੀਆਂ ਸੰਖਿਆਵਾਂ ਨੇ ਉਹ ਰਿਣਾਤਮਕ ਸੰਖਿਆਵਾਂ ਜਿਹੜੀਆਂ ਉਹ ਦਰਸਾਈਆਂ ਗਈਆਂ ਨੇ। ਇਸ ਤੋਂ ਪਹਿਲਾਂ ਵੈਸੇ ਅਸੀਂ ਇਹ ਸੰਪੂਰਨ ਸੰਖਿਆਵਾਂ ਨੂੰ ਕਿਵੇਂ ਅਸੀਂ ਨੰਬਰ ਲਾਈਨ ਦੇ ਉੱਤੇ ਦਰਸਾਉਂਦੇ ਹਾਂ, ਸੰਖਿਆ ਰੇਖਾ ਦੇ ਉੱਤੇ ਦਰਸਾਉਂਦੇ ਹਾਂ, ਉਹਦੇ ਬਾਰੇ ਅਸੀਂ ਪੜ੍ਹਿਆ ਹੋਇਆ ਛੋਟੀਆਂ ਕਲਾਸਿਸ ਦੇ ਵਿੱਚ। ਤੋ ਇਹ ਸਾਡੇ ਕੋਲ ਸੰਖਿਆ ਰੇਖਾ ਹੀ ਹੈ, ਸੰਖਿਆ ਰੇਖਾ ਦੇ ਉੱਤੇ ਸੰਪੂਰਨ ਸੰਖਿਆਵਾਂ ਇੰਟੀਜਰਸ ਨੂੰ ਦਰਸਾਇਆ ਗਿਆ ਹੈ। ਠੀਕ ਹੈ, ਇਸੇ ਢੰਗ ਦੇ ਨਾਲ ਜਿਹੜੀ ਇਹ ਖੜਵੀਂ ਰੇਖਾ ਹੈ y ਧੁਰਾ ਹੈ, ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜਿਹੜਾ ਲੇਟਵਾਂ ਧੁਰਾ ਹੈ ਸਾਡੇ ਕੋਲ x ਧੁਰਾ ਹੈ, ਇਹਦੇ ਤੋਂ ਉੱਪਰ ਵਾਲੇ ਪਾਸੇ ਜਿਹੜੇ ਨੰਬਰ ਦਰਸਾਏ ਗਏ ਨੇ ਉਹ ਸਾਡੇ ਕੋਲ ਧਨਾਤਮਕ ਸੰਪੂਰਨ ਸੰਖਿਆਵਾਂ ਅਸੀਂ ਲਈਆਂ ਨੇ 1 2 3 4 5 6। ਇਸੇ ਢੰਗ ਦੇ ਨਾਲ 0 ਤੋਂ ਹੇਠਾਂ ਭਾਵ ਇਸ ਲੇਟਵੇਂ ਧੁਰੇ ਤੋਂ ਹੇਠਾਂ ਜਿਹੜੇ ਨੰਬਰ ਨੇ ਉਹ ਅਸੀਂ ਰਿਣਾਤਮਕ ਸੰਪੂਰਨ ਸੰਖਿਆਵਾਂ ਦੇ ਨਾਲ ਇੱਥੇ ਦਰਸਾਇਆ ਗਿਆ ਹੈ। -1 -2 -3 -4 -5 -6 ਅਸੀਂ ਲੋੜ ਦੇ ਅਨੁਸਾਰ ਇਹਨਾਂ ਦੀ ਗਿਣਤੀ ਜਿਹੜੀ ਹੈ ਉਹ ਵੱਧ ਘੱਟ ਕਰ ਸਕਦੇ ਹਾਂ, ਪਰ ਇੱਥੇ ਸਾਡੇ ਕੋਲ ਹਮੇਸ਼ਾ ਹੀ 0 ਰਹੇਗਾ। 0 ਦੇ ਇੱਧਰ 1 2 3 ਤੋਂ ਸ਼ੁਰੂ ਕਰਾਂਗੇ, ਇਸ ਸਾਈਡ ਅਸੀਂ ਘਟਾਓ 1 ਘਟਾਓ 2 ਘਟਾਓ 3 ਤੋਂ ਸ਼ੁਰੂ ਕਰਾਂਗੇ। ਇਸੇ ਢੰਗ ਦੇ ਨਾਲ ਉੱਪਰ ਧਨਾਤਮਕ ਸੰਪੂਰਨ ਸੰਖਿਆਵਾਂ ਤੇ ਹੇਠਾਂ ਰਿਣਾਤਮਕ ਸੰਪੂਰਨ ਸੰਖਿਆਵਾਂ। ਠੀਕ ਹੈ, ਇਹ ਜਿਹੜਾ ਬਿੰਦੂ ਹੈ ਸਾਡੇ ਕੋਲ ਜਿੱਥੇ ਦੋਨੋਂ ਜਿਹੜੇ ਧੁਰੇ ਨੇ ਲੇਟਵਾਂ ਧੁਰਾ ਤੇ ਖੜਵਾਂ ਧੁਰਾ ਆਪਸ ਦੇ ਵਿੱਚ ਮਿਲ ਰਹੇ ਨੇ, ਇਸ ਬਿੰਦੂ ਦਾ ਨਾਮ ਜਿਹੜਾ ਹੈ ਉਹ ਅਸੀਂ O ਰੱਖ ਲੈਂਦੇ ਹਾਂ। ਠੀਕ ਹੈ, ਤੇ ਇਸ O ਨੂੰ ਅਸੀਂ ਮੂਲ ਬਿੰਦੂ ਦੇ ਨਾਮ ਦੇ ਨਾਲ ਜਾਣਦੇ ਹਾਂ। ਠੀਕ ਹੈ, ਉਹ ਜਿਹੜਾ ਹੈ ਇਹਨੂੰ ਅਸੀਂ ਮੂਲ ਬਿੰਦੂ ਕਹਿੰਦੇ ਹਾਂ। ਜਾਂ ਇਸ ਨੂੰ ਅਸੀਂ origin ਬੋਲਦੇ ਹਾਂ ਇੰਗਲਿਸ਼ ਦੇ ਵਿੱਚ। ਠੀਕ ਹੈ, ਇਹ ਸਾਡੇ ਕੋਲ origin ਹੈ ਜਾਂ ਇਹਨੂੰ ਅਸੀਂ ਮੂਲ ਬਿੰਦੂ ਕਹਿੰਦੇ ਹਾਂ। ਤੁਸੀਂ ਦੇਖ ਸਕਦੇ ਹੋ ਜਿੰਨੀਆਂ ਵੀ ਸੰਖਿਆਵਾਂ ਇੱਥੇ ਲਿਖੀਆਂ ਗਈਆਂ ਨੇ ਸਾਰੀਆਂ ਦੀਆਂ ਸਾਰੀਆਂ ਸੰਖਿਆਵਾਂ ਜਿਹੜੀਆਂ ਨੇ ਉਹ ਬਰਾਬਰ ਦੂਰੀ ਦੇ ਉੱਤੇ ਅੰਕਿਤ ਕੀਤੀਆਂ ਗਈਆਂ ਨੇ। ਠੀਕ ਹੈ, ਇਸੇ ਢੰਗ ਦੇ ਨਾਲ y ਧੁਰੇ ਦੇ ਉੱਪਰ ਵਾਲੇ ਪਾਸੇ ਵੀ ਸਾਰੀਆਂ ਜਿਹੜੀਆਂ ਸੰਖਿਆਵਾਂ ਨੇ ਉਹ ਬਰਾਬਰ ਦੂਰੀ ਦੇ ਉੱਤੇ ਦਰਸਾਈਆਂ ਗਈਆਂ ਨੇ ਤੇ ਹੇਠਾਂ ਵੀ ਬਰਾਬਰ ਦੂਰੀ ਦੇ ਉੱਤੇ ਦਰਸਾਈਆਂ ਗਈਆਂ ਨੇ। ਠੀਕ ਹੈ,
ਸੋ ਇਹਦੇ ਨਾਲ ਅਸੀਂ ਇੱਕ ਹੋਰ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜਦੋਂ ਅਸੀਂ ਦੋ ਰੇਖਾਵਾਂ ਲੇਟਵੀਂ ਤੇ ਖੜਵੀਂ ਰੇਖਾ ਇਸ ਢੰਗ ਦੇ ਨਾਲ ਬਣਾ ਲੈਂਦੇ ਹਾਂ ਤੇ ਸਾਡੇ ਕੋਲ ਜਿਹੜਾ ਪੂਰਾ ਤਲ ਹੈ, ਪੂਰਾ ਜਿਹੜਾ ਪਲੇਨ ਹੈ, ਉਹ 4 ਚੌਥਾਈਆਂ ਦੇ ਵਿੱਚ ਵੰਡਿਆ ਜਾਂਦਾ ਹੈ। ਇਹ ਜਿਹੜੀ ਸਾਡੇ ਕੋਲ ਹੈ ਇਹਨੂੰ ਅਸੀਂ ਪਹਿਲੀ ਚੌਥਾਈ ਕਹਿੰਦੇ ਆ, ਭਾਵ ਪਹਿਲਾ ਚੌਥਾ ਹਿੱਸਾ, ਪਹਿਲੀ ਚੌਥਾਈ। ਇਹਨੂੰ ਅਸੀਂ ਕੁਆਡਰੈਂਟ ਵੀ ਬੋਲਦੇ ਹਾਂ, ਫਰਸਟ ਕੁਆਡਰੈਂਟ, ਠੀਕ ਹੈ। ਪਹਿਲੀ ਚੌਥਾਈ। ਫਿਰ ਇਹ ਸਾਡੇ ਕੋਲ ਜਿਹੜੀ ਹੈ ਦੂਜੀ ਚੌਥਾਈ ਹੈ, और ये ਜਿਹੜੀ ਚੌਥਾਈ ਹੈ, ਚੌਥਾ ਹਿੱਸਾ ਹੈ, ਇਹ ਤੀਜੀ ਚੌਥਾਈ ਹੈ। ਇਹਨੂੰ ਅਸੀਂ ਥਰਡ ਕੁਆਡਰੈਂਟ ਵੀ ਬੋਲਦੇ ਹਾਂ, ਔਰ ਇਹ ਸਾਡੇ ਕੋਲ ਸੈਕਿੰਡ ਕੁਆਡਰੈਂਟ। ਇਸ ਤੋਂ ਬਾਅਦ ਇਹ ਜਿਹੜਾ ਚੌਥਾ ਹਿੱਸਾ ਹੈ ਇਸ ਤਲ ਦਾ, ਇਹਨੂੰ ਅਸੀਂ ਚੌਥੀ ਚੌਥਾਈ ਦੇ ਨਾਮ ਦੇ ਨਾਲ ਜਾਣਦੇ ਹਾਂ। ਠੀਕ ਹੈ, ਚੌਥੀ ਚੌਥਾਈ, ਫੋਰਥ ਕੁਆਡਰੈਂਟ। तो ਇਹਦੇ ਵਿੱਚ ਅਸੀਂ ਹੋਰ ਇੱਕ ਚੀਜ਼ ਦੇਖਦੇ ਹਾਂ, ਜਦੋਂ ਵੀ ਅਸੀਂ ਇਹਦੇ ਵਿੱਚ ਕਿਸੇ ਵੀ ਬਿੰਦੂ ਨੂੰ ਅੰਕਿਤ ਕਰਾਂਗੇ, तो बिंदु मान लो इत्थे मेरे को एक बिंदु है जिन्हों असीं अंकित करना है, ठीक है। तो इस बिंदु के असीं निर्देशांक जिवें पिछे देख के आए हैं तो असीं लिख सकते हैं। तो इस बिंदु के जिहड़े निर्देशांक ने उहदे विच हमेशा पहला जिहड़ा एक्स निर्देशांक लिखिया जाता है, जिन्हों असीं जनरल तौर पर जिहड़ा म्यारी रूप दे विच एक्स लिख लैंदे हां। ते दूसरा जिहड़ा वाई निर्देशांक है उहदी संख्या की जगह ते असीं म्यारी रूप दे विच उहनूं वाई लिख लैंदे हां। और असीं जिवें गल करके आए हैं तो एक्स निर्देशांक का भाव की है कि इस बिंदु की जिहड़ी वाई धुरे तो दूरी है वो कितनी है। सो असीं इहदे विच देख सकते हैं कि इस बिंदु की जिहड़ी वाई धुरे तो दूरी है वो 7 इकाइयां है, ठीक है ना। इत्थे साडे कोल 0 है, 0 तो बाद इधर असीं चलते जाते हैं तो इत्थे तक जिहड़ा ये साडे कोल जिहड़ा डिस्टेंस है पूरा ये कितना बन जाता है, 7 इकाइयां बन जाता है। ਇਹਦਾ ਭਾਵ है कि ਜਿਹੜਾ x निर्देशांक है इस बिंदु का वो ਸਾਡੇ ਕੋਲ ਕਿੰਨਾ ਹੋਏਗਾ, 7 ਹੋਏਗਾ। तो ਅਸੀਂ ਇੱਥੇ ਜਿਹੜਾ 7 है वो इस ढंग ਦੇ ਨਾਲ ਲਿਖ ਸਕਦੇ ਹਾਂ, ठीक है। ਤੇ ਇਸ ਤੋਂ ਬਾਅਦ ਜੇਕਰ ਅਸੀਂ y ਨਿਰਦੇਸ਼ਾਂਕ ਦੀ ਗੱਲ ਕਰੀਏ ਤਾਂ ਅਸੀਂ ਪੜਿਆ ਸੀ ਕਿ y ਨਿਰਦੇਸ਼ਾਂਕ ਕੀ ਹੁੰਦਾ ਹੈ ਕਿ ਬਿੰਦੂ ਜਿਹੜਾ ਹੈ ਉਹ ਲੇਟਵੇਂ ਧੁਰੇ ਤੋਂ ਭਾਵ x ਧੁਰੇ ਤੋਂ ਕਿੰਨੀ ਦੂਰੀ ਤੇ ਹੈ। x ਧੁਰੇ ਤੋਂ ਜੇਕਰ ਅਸੀਂ ਦੂਰੀ ਨਾਪਣੀ ਹੋਵੇ ਇਸ ਬਿੰਦੂ ਦੀ, ਉਹਦਾ ਅਸੀਂ ਮਾਪ ਲੈਣਾ ਹੋਵੇ ਤਾਂ ਅਸੀਂ ਇੱਥੋਂ ਦੇਖ ਸਕਦੇ ਹਾਂ ਇਹ ਸਾਡੇ ਕੋਲ 0 ਹੈ ਸਭ ਤੋਂ ਪਹਿਲਾਂ, 0 ਤੋਂ ਬਾਅਦ 1 ਤੇ 1 ਤੋਂ ਬਾਅਦ ਇਹ ਸਾਡੇ ਕੋਲ ਇੱਥੇ 2 ਆਉਂਦਾ ਹੈ। तो जिन्ना साडे कोल ये वाला डिस्टेंस है, जिन्नी ये दूरी है उन्नी ही साडे कोल ये वाली दूरी है। तो असीं कह सकते हैं जिहड़ा बिंदु है ये एक्स धुरे तो 2 इकाइयां दूरी ते है, इसलिए जिहड़ा इहदा निर्देशांक है वाई निर्देशांक है वो साडे कोल की बन जाएगा, 2 बन जाएगा, ठीक है। तो निर्देशांकां दे विच पहला x जिहड़ा वो सानूं की दसदा है कि बिंदु जिहड़ा वाई धुरे तो कितना दूर है, ते वाई निर्देशांक की दसदा है कि बिंदु जिहड़ा एक्स धुरे तो कितना दूर है, ठीक है। सवाल साडे कोल है कि एक ग्राफ उत्ते बिंदु 4,3 अंकित करो कि ये वही बिंदु है जो 3,4 दर्शाता है। तो आओ असी ग्राफ के उत्ते पहला 4 ते 3 नूं अंकित करांगे, फिर असी 3 ते 4 नूं अंकित करांगे ते दोनों दे विच जिहड़ा फर्क है उसनूं भी समझांगे, ठीक है। हाँ जी विद्यार्थियों, तो ये तुसी ग्राफ जिहड़ा वो देख सकते हो, वर्गीकृत जिहड़ा ग्राफ है इहदे उत्ते असीं हुण बिंदु 4,3 जिहड़ा है वो असीं अंकित करांगे, ठीक है। सो सब तो पहला असीं जिहड़े निर्देशांक है बिंदु दे वो देखते हैं, साडे कोल 4,3 ने। तो इहदे विच x निर्देशांक की जिहड़ी कीमत है वो साडे कोल 4 है, y निर्देशांक की जिहड़ी कीमत है वो साडे कोल 3 है। तो x की जिहड़ी कीमत है 4 है तो इहदा मतलब असीं x धुरे दे उत्ते जमा दा जिहड़ा 4 है वो साडे कोल सज्जे पासे होएगा। तो ये साडे कोल जमा दा 4 है इत्थे, ठीक है। इहनूं थोड़ा जिहा वड्डा कर लैंदे आपां। तो किसी भी बिंदु नूं ग्राफ दे उत्ते दर्शाउण दे लई साडे कोल की तरीका हुंदा है, तुसीं पहला x निर्देशांक साडे कोल 4 है तो असीं x वाले पासे जमा दा जिहड़ा 4 है वो साडे कोल ये वाला बिंदु है 4। इस तो बाद जिहड़ा y निर्देशांक है वो साडे कोल 3 है, तो y धुरे दे उत्ते जमा दा जिहड़ा 3 है वो साडे कोल इत्थे है, ठीक है। हुण असीं की करांगे, इस 3 तो इधर असीं 90 डिग्री के उत्ते एक रेखाधरी खिंचांगे, इसे ढंग दे नाल 4 तो 90 डिग्री के उत्ते एक रेखाधरी खिंचांगे। ये दोनों रेखावां जिस बिंदु ते मिलणगीਆਂ ਉਹੀ बिंदु साडे कोल बिंदु होएगा जिस दे निर्देशांक ਜਿਹੜੇ ਸਾਡੇ ਕੋਲ 4,3 ठीक है। तो आओ ਅਸੀਂ ਦੇਖਦੇ ਹਾਂ ਇੱਥੇ 3 ਤੋਂ ਇੱਥੇ ਸਾਹਮਣੇ ਅਸੀਂ रेखाधरी ਉਹ खिंचांगे और इसे ढंग दे नाल x ਦੀ ਜਿਹੜੀ ਕੀਮਤ ਹੈ ਸਾਡੇ ਕੋਲ ਇਹਦੇ ਵਿੱਚ 4 है, तो ਹੇਠਾਂ 4 ਤੋਂ ਅਸੀਂ ਉੱਪਰ ਜਿਹੜਾ ਲੰਬ ਇੱਕ ਜਿਹੜਾ ਖਿੱਚਾਂਗੇ
ठीक है। तो ਇਹ ਦੋਨੋਂ ਜਿਹੜੇ ਲੰਬ ਨੇ ਇਹ ਜਿਸ ਬਿੰਦੂ ਤੇ ਆਪਸ ਵਿੱਚ ਮਿਲਦੇ ਨੇ ਉਹ ਬਿੰਦੂ ਜਿਹੜਾ ਹੈ ਉਹ ਹੀ ਬਿੰਦੂ ਸਾਡੇ ਕੋਲ ਲੋੜੀਂਦਾ ਬਿੰਦੂ ਹੈ। ਠੀਕ ਹੈ, ਇਹਨੂੰ ਅਸੀਂ ਇਸ ਢੰਗ ਦੇ ਨਾਲ ਇਹਦੇ ਦੁਆਲੇ ਸਰਕਲ ਜਿਹੜਾ ਉਹ ਲਗਾ ਦਿਆਂਗੇ ਤਾਂ ਕਿ ਸਾਨੂੰ ਪ੍ਰੋਪਰ ਜਿਹੜਾ ਇਹ ਦਿਖਾਈ ਦੇ। तो ਇਹ ਸਾਡੇ ਕੋਲ ਹੈ 4,3 ਬਿੰਦੂ। ਠੀਕ ਹੈ, ਸੋ ਇਹਦੇ ਨਾਲ ਹੀ ਸਾਨੂੰ ਇਹ ਪੁੱਛਿਆ ਗਿਆ ਹੈ ਕਿ ਇਹ ਉਹੀ ਬਿੰਦੂ ਹੈ ਜੋ 3,4 ਦਰਸਾਉਂਦਾ ਹੈ। ਸੋ ਇਹ ਵਾਲੇ ਨਿਰਦੇਸ਼ਾਂਕ ਜਿਹੜੇ ਹੈ ਕਿਸ ਬਿੰਦੂ ਨੂੰ ਦਰਸਾਉਂਦੇ ਨੇ ਇਹ ਵੀ ਅਸੀਂ ਜਿਹੜਾ ਇੱਥੇ ਪਹਿਲਾਂ ਬਣਾ ਲਵਾਂਗੇ। ਠੀਕ ਹੈ, तो ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਜਿਹੜਾ ਸਾਡੇ ਕੋਲ x ਨਿਰਦੇਸ਼ਾਂਕ ਹੈ ਉਹ 3 ਹੈ। तो x ਦਾ ਜਿਹੜਾ 3 ਹੈ ਉਹ ਸਾਡੇ ਕੋਲ ਇੱਥੇ ਹੈ ਜਮਾ ਦਾ 3। ਠੀਕ ਹੈ, ਔਰ ਇਹਦੇ ਨਾਲ ਜਿਹੜਾ y ਨਿਰਦੇਸ਼ਾਂਕ ਹੈ ਉਹ ਸਾਡੇ ਕੋਲ 4 ਹੈ। तो y ਧੁਰੇ ਦੇ ਉੱਤੇ ਜਮਾ ਦਾ ਜਿਹੜਾ 4 ਹੈ ਉਹ ਸਾਡੇ ਕੋਲ ਇੱਥੇ ਹੈ, ਅਸੀਂ ਦੇਖ ਸਕਦੇ ਹਾਂ। तो ਇਸ 4 ਤੋਂ ਅਸੀਂ ਇੱਧਰ ਇੱਕ ਰੇਖਾ ਜਿਹੜੀ ਲਗਾਵਾਂਗੇ 90 ਡਿਗਰੀ ਤੇ, y ਧੁਰੇ ਨੂੰ 90 ਡਿਗਰੀ ਤੇ। ਇਸੇ ਢੰਗ ਦੇ ਨਾਲ x ਧੁਰੇ ਦੇ ਉੱਤੇ ਅਸੀਂ 3 ਤੋਂ ਜਿਹੜਾ ਰੇਖਾ ਉੱਪਰ ਲਗਾਵਾਂਗੇ ਤੇ ਫਿਰ ਇਹ ਦੋਨੋਂ ਰੇਖਾਵਾਂ ਜਿੱਥੇ ਮਿਲਣਗੀਆਂ ਉਹ ਹੀ ਸਾਡੇ ਕੋਲ ਲੋੜੀਂਦਾ ਬਿੰਦੂ ਹੋਏਗਾ ਜਿਸ ਦੇ ਨਿਰਦੇਸ਼ਾਂਕ ਸਾਡੇ ਕੋਲ 3,4 ਹੋਣਗੇ। ਠੀਕ ਹੈ, तो आओ देखते हैं। ਇਸੇ ਢੰਗ ਦੇ ਨਾਲ 3 ਤੋਂ ਇਹ ਰੇਖਾ ਤੁਸੀਂ ਸਕੇਲ ਦੇ ਨਾਲ ਜਿਹੜੀ ਲਗਾਣੀ ਹੈ। ਠੀਕ ਹੈ, ਤੇ ਇਹਨੂੰ ਕੋਸ਼ਿਸ਼ ਕਰਨਾ ਅਗਰ ਅਸੀਂ ਡਾਟਡ ਰੇਖਾ ਲਗਾ ਲਈਏ ਤਾਂ ਸਭ ਤੋਂ ਵਧੀਆ ਹੈ, ਦਾਣੇਦਾਰ ਜਿਹੜੀ ਰੇਖਾ ਹੈ। ਠੀਕ ਹੈ, तो ਇਹ ਜਿਹੜਾ ਬਿੰਦੂ ਹੈ ਇਹ ਸਾਡੇ ਕੋਲ ਦੂਸਰਾ ਬਿੰਦੂ ਹੈ ਜਿਹਦੇ ਨਿਰਦੇਸ਼ਾਂਕ ਸਾਡੇ ਕੋਲ ਕਿੰਨੇ ਨੇ 3,4। तो ਅਸੀਂ ਇੱਥੇ ਦੇਖ ਸਕਦੇ ਹਾਂ ਕਿ ਜਿਹੜਾ 4,3 ਨਿਰਦੇਸ਼ਾਂਕ ਵਾਲਾ ਜਿਹੜਾ ਬਿੰਦੂ ਹੈ ਤੇ 3,4 ਨਿਰਦੇਸ਼ਾਂਕ ਵਾਲਾ ਜਿਹੜਾ ਬਿੰਦੂ ਹੈ ਇਹ ਦੋਨੋਂ ਬਿੰਦੂ ਸਮਾਨ ਨਹੀਂ ਨੇ, ਇਹ ਦੋਨੋਂ ਬਿੰਦੂ ਹੀ ਅਲੱਗ-ਅਲੱਗ ਦੋ ਬਿੰਦੂ ਹਨ। ਠੀਕ ਹੈ, ਸੋ ਅਸੀਂ ਇੱਥੇ ਲਿਖ ਸਕਦੇ ਹਾਂ ਕਿ ਬਿੰਦੂ 4,3 ਅਤੇ ਬਿੰਦੂ 3,4 ਦੋਨੋਂ ਹੀ ਅਲੱਗ-ਅਲੱਗ ਦੋ ਬਿੰਦੂ ਹਨ। ਸੋ ਅਸੀਂ ਦੇਖ ਸਕਦੇ ਹਾਂ ਕਿ ਬਿੰਦੂ 4,3 ਅਤੇ 3,4 ਦੋ ਅਲੱਗ-ਅਲੱਗ ਬਿੰਦੂ ਹਨ। ठीक है, सो ये कहना कि 3,4 ਉਹੀ ਬਿੰਦੂ ਹੈ ਜਿਹੜਾ 4,3 ਹੈ ਉਹ ਸਹੀ ਨਹੀਂ ਹੋਵੇਗਾ, ਉਹ ਗਲਤ ਹੋਵੇਗਾ। ਠੀਕ ਹੈ ਵਿਦਿਆਰਥੀਓ, तो अब इस तो बाद अगले सवाल देखते हैं। ਸੋ ਅੱਜ ਦਾ ਅਗਲਾ ਸਵਾਲ ਸਾਡੇ ਕੋਲ ਹੈ ਹੇਠ ਲਿਖੇ ਬਿੰਦੂਆਂ ਨੂੰ ਵਰਗੀਕ੍ਰਿਤ ਕਾਗਜ਼ ਉੱਤੇ ਅੰਕਿਤ ਕਰੋ ਅਤੇ ਦੇਖੋ ਕਿ ਕੀ ਉਹ ਸਾਰੇ ਇੱਕ ਹੀ ਸਰਲ ਰੇਖਾ ਵਿੱਚ ਹਨ। ਜੇ ਹਨ ਤਾਂ ਉਸ ਰੇਖਾ ਨੂੰ ਨਾਂ ਦਿਓ। ਠੀਕ ਹੈ, ਉਹਦਾ ਅਸੀਂ ਨਾਮ ਜਿਹੜਾ ਰੇਖਾ ਦਾ ਉਹ ਕੁਛ ਨਾ ਕੁਛ ਦੇ ਦੇਣਗੇ। ਠੀਕ ਹੈ, ਤੋ ਇਹ ਬਿੰਦੂ ਸਾਡੇ ਕੋਲ ਤੁਸੀਂ ਦੇਖ ਸਕਦੇ ਹੋ W ਬਿੰਦੂ ਹੈ ਜਿਹਦੇ ਸਾਡੇ ਕੋਲ ਨਿਰਦੇਸ਼ਾਂਕ ਜਿਹੜੇ ਉਹ 2,6 ਨੇ ਤੇ x ਦੇ ਨਿਰਦੇਸ਼ਾਂਕ 3,5 ਨੇ, y ਦੇ ਨਿਰਦੇਸ਼ਾਂਕ ਜਿਹੜੇ ਉਹ 5,3 ਨੇ, z ਦੇ ਨਿਰਦੇਸ਼ਾਂਕ 6,2 ਨੇ। ਠੀਕ ਹੈ, ਤਾਂ ਆਓ ਇਹ ਬਿੰਦੂਆਂ ਨੂੰ ਅਸੀਂ ਸਭ ਤੋਂ ਪਹਿਲਾਂ ਵਰਗੀਕ੍ਰਿਤ ਕਾਗਜ਼ ਦੇ ਉੱਤੇ ਜਿਹੜਾ ਅੰਕਿਤ ਕਰਦੇ ਹਾਂ। ਹਾਂਜੀ, ਹੁਣ ਇਸ ਵਰਗੀਕ੍ਰਿਤ ਕਾਗਜ਼ ਦੇ ਉੱਤੇ ਅਸੀਂ ਇਹ ਚਾਰੇ ਬਿੰਦੂਆਂ ਨੂੰ ਜਿਹੜਾ ਦਰਸਾਵਾਂਗੇ। ਠੀਕ ਹੈ, ਸਭ ਤੋਂ ਪਹਿਲਾਂ ਅਸੀਂ W ਦੀ ਗੱਲ ਕਰਦੇ ਹਾਂ। W ਸਾਡੇ ਕੋਲ 2,6 ਹੈ, ਇਹਦੇ ਵਿੱਚ ਜਿਹੜੇ ਨਿਰਦੇਸ਼ਾਂਕ ਨੇ W ਦੇ ਉਹ 2 ਤੇ 6 ਨੇ। 2 ਸਾਡੇ ਕੋਲ x ਨਿਰਦੇਸ਼ਾਂਕ ਹੈਗਾ ਤੇ 6 ਜਿਹੜਾ ਹੈ ਉਹ y ਨਿਰਦੇਸ਼ਾਂਕ ਹੈ। तो x ਦੀ ਕੀਮਤ 2 ਹੈ ਤਾਂ 2 ਸਾਡੇ ਕੋਲ ਇੱਥੇ ਅਸੀਂ ਦੇਖ ਸਕਦੇ ਹਾਂ। ਇੱਥੋਂ ਅਸੀਂ ਉੱਪਰ ਵੱਲ ਨੂੰ ਇੱਕ ਜਿਹੜੀ ਲਾਈਨ ਹੈ ਲੰਬ ਹੈ ਉਹ ਖਿੱਚਾਂਗੇ। ਇਸੇ ਢੰਗ ਦੇ ਨਾਲ y ਦੀ ਕੀਮਤ ਸਾਡੇ ਕੋਲ 6 ਹੈ ਤਾਂ y ਜਿਹੜਾ 6 ਹੈ ਉਹ ਸਾਡੇ ਕੋਲ ਇਹ ਤੁਸੀਂ ਦੇਖ ਸਕਦੇ ਹੋ ਧਨਾਤਮਕ 6। ਤਾਂ ਇੱਥੋਂ ਅਸੀਂ ਇੱਧਰ ਜਿਹੜਾ ਲੰਬ ਹੈ ਉਹ ਖਿੱਚਾਂਗੇ। ਫਿਰ ਦੋਨੋਂ ਥੱਲਿਓਂ ਖਿੱਚੀ ਹੋਈ ਰੇਖਾ ਤੇ ਇੱਥੋਂ ਖਿੱਚੀ ਹੋਈ ਰੇਖਾ ਜਿਸ ਬਿੰਦੂ ਤੇ ਮਿਲਣਗੇ ਉਹ ਸਾਡੇ ਕੋਲ ਬਿੰਦੂ W ਜਿਹੜਾ ਉਹ ਹੋ ਜਾਏਗਾ। ਠੀਕ ਹੈ, तो 2 ਤੋਂ ਸਭ ਤੋਂ ਪਹਿਲਾਂ ਅਸੀਂ ਰੇਖਾ ਜਿਹੜੀ ਲਗਾਉਂਦੇ ਇੱਥੇ ਇਸੇ ਢੰਗ ਦੇ ਨਾਲ 6 ਤੋਂ ਠੀਕ ਹੈ, तो ਇਹ ਦੋਨੋਂ ਜਿਸ ਬਿੰਦੂ ਤੇ ਆਪਸ ਵਿੱਚ ਮਿਲਦੀਆਂ ਨੇ ਇਹ ਬਿੰਦੂ ਸਾਡੇ ਕੋਲ W ਨੂੰ ਦਰਸਾਉਂਦਾ ਹੈ। ਠੀਕ ਹੈ, ਜਿਸ ਦੇ ਕਿ ਨਿਰਦੇਸ਼ਾਂਕ ਜਿਹੜੇ ਉਹ ਸਾਡੇ ਕੋਲ 2,6 ਨੇ। ਠੀਕ ਹੈ, ਇਸ ਤੋਂ ਬਾਅਦ ਅਗਲਾ ਜਿਹੜਾ ਬਿੰਦੂ ਹੈ ਸਾਡੇ ਕੋਲ x 3,5 ਇਹਦੇ ਵਿੱਚ x ਦੀ ਜਿਹੜੀ ਕੀਮਤ ਹੈ ਉਹ ਅਸੀਂ ਦੇਖ ਸਕਦੇ ਹਾਂ ਸਾਡੇ ਕੋਲ 3 ਹੈ ਤੇ y ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ
5 है, ठीक है। तो 3 ਤੋਂ ਇੱਥੇ ਅਸੀਂ ਰੇਖਾ ਜਿਹੜੀ ਖਿੱਚਾਂਗੇ ਤੇ ਇਧਰੋਂ 5 ਤੋਂ ਰੇਖਾ ਖਿੱਚਾਂਗੇ, ਦੋਨੋਂ ਜਿਸ ਬਿੰਦੂ ਤੇ ਮਿਲਣਗੀਆਂ ਉਹੀ ਸਾਡੇ ਕੋਲ ਲੋੜੀਂਦਾ ਬਿੰਦੂ ਹੋਏਗਾ, ਠੀਕ ਹੈ। ਤੁਸੀਂ ਇਹ ਰੇਖਾਵਾਂ ਜਿਹੜੀਆਂ ਗ੍ਰਾਫ ਦੇ ਉੱਤੇ ਪੈਨਸਿਲ ਦੇ ਨਾਲ ਲਗਾ ਸਕਦੇ ਹੋ, ਦਾਣੇਦਾਰ ਰੇਖਾ ਦੇ ਰੂਪ ਦੇ ਵਿੱਚ ਲਗਾ ਸਕਦੇ ਹੋ, ਠੀਕ ਹੈ। ਸੋ 5 ਤੋਂ ਇਧਰ ਰੇਖਾ ਜਿਹੜੀ ਉਹ ਖਿੱਚੀ ਜਾਏਗੀ। ਇਸੇ ਢੰਗ ਦੇ ਨਾਲ x ਦਾ ਜਿਹੜਾ ਨਿਰਦੇਸ਼ਾਂਕ ਉਹ ਸਾਡੇ ਕੋਲ 3 ਹੈ, ਤਾਂ 3 ਤੋਂ ਜਿਹੜੀ ਥੱਲੇ ਰੇਖਾ ਆਪਾਂ ਉੱਪਰ ਖਿੱਚਾਂਗੇ। तो ਅਸੀਂ देख सकते हैं ये दोनों इस बिंदु ਤੇ आपस ਦੇ ਵਿੱਚ ਮਿਲ ਜਾਂਦੀਆਂ ਨੇ। तो ਇਹੀ ਸਾਡੇ ਕੋਲ ਲੋੜੀਂਦਾ ਬਿੰਦੂ x ਹੈ, ਜਿਸ ਦੇ ਜਿਹੜੇ ਨਿਰਦੇਸ਼ਾਂਕ ਨੇ ਉਹ ਸਾਡੇ ਕੋਲ 3,5 ਨੇ। ਇਸ ਤੋਂ ਬਾਅਦ y ਜਿਹੜਾ ਬਿੰਦੂ ਹੈ ਸਾਡੇ ਕੋਲ 5,3, तो ਉਹਦੇ ਨਿਰਦੇਸ਼ਾਂਕ ਅਸੀਂ ਦੇਖਦੇ ਹਾਂ। ਇਹਦੇ ਵਿੱਚ x ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ 5 ਹੈ ਤੇ y ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ 3 ਹੈ, ਠੀਕ ਹੈ। ਸੋ ਇਥੋਂ 5 ਤੋਂ ਅਸੀਂ ਜਿਹੜੀ ਰੇਖਾ ਉੱਪਰ ਨੂੰ ਖਿੱਚਾਂਗੇ, ਉੱਪਰ ਵੱਲ ਨੂੰ ਖਿੱਚਾਂਗੇ, ਔਰ ਇਸੇ ਢੰਗ ਦੇ ਨਾਲ 3 ਤੋਂ ਹਾਂਜੀ। तो ਇਹ ਜਿਹੜੇ ਜਿਸ ਬਿੰਦੂ ਤੇ ਦੋਨੋਂ ਰੇਖਾਵਾਂ ਮਿਲਦੀਆਂ ਨੇ ਉਹ ਬਿੰਦੂ ਸਾਡੇ ਕੋਲ ਲੋੜੀਂਦਾ ਬਿੰਦੂ ਹੈ, ਜਿਹਦੇ ਨਿਰਦੇਸ਼ਾਂਕ ਸਾਨੂੰ ਦਿੱਤੇ ਹੋਏ ਨੇ 5,3, ਭਾਵ ਬਿੰਦੂ y 5,3, ਠੀਕ ਹੈ। ਇਸ ਤੋਂ ਬਾਅਦ ਆਖਰੀ ਜਿਹੜਾ ਬਿੰਦੂ ਹੈ ਸਾਡੇ ਕੋਲ z 6,2। तो x की कीमत ਇਹਦੇ ਵਿੱਚ 6 ਹੈ, ਤੁਸੀਂ ਦੇਖ ਸਕਦੇ ਹੋ। तो 6 ਸਾਡੇ ਕੋਲ x ਦੀ ਕੀਮਤ ਇੱਥੇ ਹੋਏਗੀ ਤੇ y ਦੀ ਕੀਮਤ 2 ਹੈ, y ਸਾਡੇ ਕੋਲ ਇਹ ਹੈ। तो 2 ਤੋਂ ਅਸੀਂ ਇਧਰ ਰੇਖਾ ਜਿਹੜੀ ਲਗਾਵਾਂਗੇ ਔਰ ਇਸੇ ਢੰਗ ਦੇ ਨਾਲ 6 ਤੋਂ ਹੇਠਾਂ ਤੋਂ ਅਸੀਂ ਰੇਖਾ ਜਿਹੜੀ ਉੱਪਰ ਲਗਾਵਾਂਗੇ। तो ਜਿਸ ਬਿੰਦੂ ਤੇ ਦੋਨੋਂ ਰੇਖਾਵਾਂ ਆਪਸ ਵਿੱਚ ਮਿਲ ਜਾਂਦੀਆਂ ਨੇ ਉਹ ਸਾਡੇ ਕੋਲ ਲੋੜੀਂਦਾ ਬਿੰਦੂ ਹੈ ਬਿੰਦੂ z। z ਦੇ ਜਿਹੜੇ ਨਿਰਦੇਸ਼ਾਂਕ ਨੇ ਸਾਡੇ ਕੋਲ ਉਹ 6,2 ਹੈਗੇ, ਠੀਕ ਹੈ। तो ਇਸ ਢੰਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਵਰਗੀਕ੍ਰਿਤ ਗ੍ਰਾਫ ਦੇ ਉੱਤੇ, ਵਰਗੀਕ੍ਰਿਤ ਕਾਗਜ਼ ਦੇ ਉੱਤੇ ਅਸੀਂ ਜਿਹੜਾ w x y ਤੇ z ਚਾਰੇ ਬਿੰਦੂਆਂ ਨੂੰ ਦਰਸਾ ਲਿਆ ਹੈ। ਹੁਣ ਅਸੀਂ ਇਹ ਦੇਖਣਾ ਹੈ ਕਿ ਇਹ ਜਿਹੜੇ ਬਿੰਦੂ ਨੇ ਇਹ ਕੀ ਇੱਕੋ ਹੀ ਸਰਲ ਰੇਖਾ ਦੇ ਉੱਤੇ ਸਥਿਤ ਹਨ ਜਾਂ ਨਹੀਂ। ਤਾਂ ਉਹਦੇ ਲਈ ਅਸੀਂ ਇੱਥੇ ਇੱਕ ਰੇਖਾ ਜਿਹੜੀ ਆ ਉਹ ਲਗਾ ਦੇਵਾਂਗੇ, ਲਗਾ ਕੇ ਅਸੀਂ ਚੈੱਕ ਕਰਾਂਗੇ। ਦੇਖਣ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਚਾਰੇ ਬਿੰਦੂ ਜਿਹੜੇ ਨੇ ਉਹ ਇੱਕ ਰੇਖਾ ਦੇ ਵਿੱਚ ਸਾਨੂੰ ਦਿਖਾਈ ਦੇ ਰਹੇ ਨੇ, ਲੱਗ ਰਹੇ ਨੇ। तो ਅਸੀਂ ਰੇਖਾ ਜਿਹੜੀ ਖਿੱਚ ਕੇ ਦੇਖ ਲੈਂਦੇ ਹਾਂ। तो ਅਸੀਂ ਦੇਖ ਸਕਦੇ ਹਾਂ ਕਿ ਚਾਰੇ ਹੀ ਬਿੰਦੂ ਜਿਹੜੇ ਇੱਕ ਰੇਖਾ ਦੇ ਉੱਤੇ ਸਥਿਤ ਨੇ। ਤਾਂ ਅਸੀਂ ਕਹਿ ਸਕਦੇ ਹਾਂ ਹਾਂ ਇਹ ਸਾਰੇ ਬਿੰਦੂ ਇੱਕ ਹੀ ਸਰਲ ਰੇਖਾ ਉੱਤੇ ਸਥਿਤ ਹਨ। ਹਾਂ ਇਹ ਸਾਰੇ ਬਿੰਦੂ ਇੱਕ ਹੀ ਸਰਲ ਰੇਖਾ ਉੱਤੇ ਸਥਿਤ ਹਨ ਤੇ ਰੇਖਾ ਦਾ ਨਾਮ ਰੇਖਾ ਦਾ ਨਾਮ ਲਿਖਣ ਲਈ ਅਸੀਂ ਕੋਈ ਵੀ ਦੋ ਬਿੰਦੂਆਂ ਨੂੰ ਇਹਦੇ ਵਿੱਚੋਂ ਜਿਹੜਾ ਵਰਤ ਸਕਦੇ ਹਾਂ, ਠੀਕ ਹੈ। तो WZ ਜਿਹੜਾ ਨਾਮ ਅਸੀਂ ਇਹਦਾ ਰੱਖ ਸਕਦੇ ਹਾਂ। तो ਰੇਖਾ ਦਾ ਨਾਮ WZ ਹੈ, ਠੀਕ ਹੈ। ਸੋ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦੇ ਲੈਸਨ ਨੂੰ ਤੁਸੀਂ ਬਹੁਤ ਧਿਆਨ ਦੇ ਨਾਲ ਦੇਖਿਆ ਹੋਵੇਗਾ। ਕਿਸੇ ਵੀ ਬਿੰਦੂ ਦੀ ਸਥਿਤੀ ਨੂੰ ਦਰਸਾਉਣ ਦੇ ਲਈ ਕਿਵੇਂ ਅਸੀਂ ਨਿਰਦੇਸ਼ ਅੰਕਾਂ ਦੀ ਵਰਤੋਂ ਕਰਦੇ ਹਾਂ ਤੇ ਬਿੰਦੂਆਂ ਨੂੰ ਵਰਗੀਕ੍ਰਿਤ ਗ੍ਰਾਫ ਦੇ ਉੱਤੇ ਅਸੀਂ ਕਿਵੇਂ ਦਰਸਾਉਂਦੇ ਹਾਂ, ਕਾਰਟੀਜ਼ੀਅਨ ਸਿਸਟਮ ਉਹਦੇ ਬਾਰੇ ਅਸੀਂ ਪੜ੍ਹਿਆ ਹੈ ਤੇ ਜਾਣਿਆ ਹੈ। ਇਸ ਦੇ ਨਾਲ ਸੰਬੰਧਿਤ ਜੋ ਵੀ ਤੁਹਾਨੂੰ ਅਸਾਈਨਮੈਂਟ ਜਿਹੜੀ ਮਿਲੇਗੀ ਉਹ ਵੀ ਤੁਸੀਂ ਜ਼ਰੂਰ ਜਿਹੜੀ ਕਰਨੀ ਹੈ। ਇਸ ਤੋਂ ਬਾਅਦ ਅਗਲੇ ਪ੍ਰੋਗਰਾਮ ਦੇ ਵਿੱਚ, ਅਗਲੇ ਲੈਸਨ ਦੇ ਵਿੱਚ ਅਸੀਂ ਅਭਿਆਸ 15.2 ਦੇ ਜਿਹੜੇ ਸਵਾਲ ਇਸੇ ਹੀ ਟੌਪਿਕ ਦੇ ਉੱਤੇ ਬੇਸ ਨੇ ਉਹ ਅਸੀਂ ਹੱਲ ਕਰਾਂਗੇ, ਠੀਕ ਹੈ ਵਿਦਿਆਰਥੀਓ। तो मिलते हैं फिर अगले लेसन। उदों तक सत श्री अकाल।